once again welcome back to on my YouTube channel. We are continues from to the Do Not Quit. They are written by the elders a guest. Lesson number 5th of the English book, part 2nd of class 8th. ਅੱਜ ਅਸੀਂ ਇਹਦੀ ਜਿਹੜੀਆਂ ਰਿਮੇਨਿੰਗ ਐਕਟੀਵਿਟੀਜ਼ ਰਹਿ ਗਈਆਂ ਸੀ ਉਹਦੇ ਬਾਰੇ ਡਿਸਕਸ ਕਰਾਂਗੇ। ਸੈਕਿੰਡ ਪਾਰਟ ਹੈ ਡੂ ਨਾਟ ਕੁਇਟ ਦਾ, ਸਾਨੂੰ ਕਦੀ ਹਾਰ ਨਹੀਂ ਮੰਨਣੀ ਚਾਹੀਦੀ। ਉਹਦੇ ਵਿੱਚ ਅਸੀਂ 3 ਐਕਟੀਵਿਟੀਆਂ ਜਿਹੜੀਆਂ ਅਸੀਂ ਫਸਟ ਪਾਰਟ ਦੇ ਵਿੱਚ ਡਿਸਕਸ ਕਰ ਚੁੱਕੇ ਸੀ। ਅੱਜ ਅਸੀਂ 4th ਪਾਰਟ ਤੋਂ ਇਹਦੀ ਐਕਟੀਵਿਟੀ ਸਟਾਰਟ ਕਰਨੀਆਂ ਨੇ। ਦੇਖੋ ਜੀ 4th ਐਕਟੀਵਿਟੀ ਕੀ ਹੈ, ਰਾਈਟ ਅ ਸਟੈਂਜਰਸ ਐਂਡ ਆਨਸਰ ਆਫ ਦੀਅਰ ਕੁਐਸਚਨ। ਅਸੀਂ ਜਿਹੜੇ ਸਟੈਂਜਰਸ ਦਿੱਤੇ ਗਏ ਨੇ ਉਹਨੂੰ ਰੀਡ ਕਰਨਾ, ਦੈਨ ਉਹਦੇ ਆਨਸਰ ਦੇਣੇ ਆ। ਦੀਅਰ ਲਾਈਫ ਇਜ਼ ਕੂਲ ਵਿਦ ਇਟਸ ਟਵਿਸਟ ਐਂਡ ਟਰਨ, ਵੀ ਜਿਹੜੀ ਜ਼ਿੰਦਗੀ ਉਹ ਅਜੀਬੋ ਗਰੀਬ ਆ, ਜਿਹੜੇ ਕਿ ਟੇਢੇ ਮੇਢੇ ਰਸਤਿਆਂ ਦੇ ਵਿੱਚੋਂ ਨਿਕਲਦੀ ਹੈ ਜਾਂ ਸਾਨੂੰ ਕੱਢਦੀ ਹੈ। ਐਜ਼ ਐਵਰੀ ਵਨ ਆਫ ਅਸ ਸਮਟਾਈਮਸ, ਹਰੇਕ ਬੰਦਾ ਜਿਹੜਾ ਵਾ ਇਹ ਜਿਹੀਆਂ ਚੀਜ਼ਾਂ ਦੇ ਵਿੱਚੋਂ ਜ਼ਰੂਰ ਨਿਕਲਦਾ ਹੀ ਨਿਕਲਦਾ ਵਾ। ਐਂਡ ਮੈਨੀ ਆ ਫੇਲੀਅਰਸ ਟਰਨਸ ਅਬਾਊਟ, ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਾਨੂੰ ਅਸਫਲਤਾ ਵੱਲ ਲੈ ਕੇ ਜਾਂਦੀਆਂ ਨੇ। ਵੈਨ ਹੀ ਮਾਈਟ ਹੈਵ ਵਨ ਹੈਡ ਟੂ ਸਟਕ ਇਟ ਆਊਟ, ਵੀ ਸਾਨੂੰ ਇਹ ਲੱਗਦਾ ਹੁੰਦਾ ਵੀ ਅਸੀਂ ਜਿੱਤਣ ਵਾਲੇ ਹਾਂ, ਬਟ ਅਸੀਂ ਉੱਥੇ ਹੀ ਆਪਣੀ ਹਾਰ ਨੂੰ ਕਬੂਲ ਕਰ ਲੈਂਦੇ ਹਾਂ। ਤਾਂ ਹੁਣ ਇਹਦੇ ਬਾਰੇ ਅਸੀਂ ਡਿਸਕਸ ਕਰਦੇ ਹਾਂ। ਦੇਖੋ ਫਸਟ ਕੁਐਸਚਨ ਹੈ ਵਟ ਇਜ਼ ਦੀ ਲਾਈਫ ਫੁੱਲ ਆਫ, ਵੀ ਸਾਡੀ ਜਿਹੜੀ ਜ਼ਿੰਦਗੀ ਉਹ ਕਿਸ ਚੀਜ਼ ਨਾਲ ਭਰੀ ਹੋਈ ਹੈ। ਦੀ ਲਾਈਫ ਇਜ਼ ਫੁੱਲ ਆਫ ਦੀ ਟਵਿਸਟ ਐਂਡ ਟਰਨਸ, ਵੀ ਉਹ ਬਹੁਤ ਸਾਰੇ ਟਵਿਸਟ ਅਤੇ ਟਰਨਸ ਦੇ ਨਾਲ ਭਰੀ ਹੋਈ ਹੈ। ਉਸ ਤੋਂ ਬਾਅਦ ਹੈ ਵਟ ਡਜ਼ ਦੀ ਐਵਰੀ ਵਨਸ ਆਫ ਅਸ ਟੂ ਦੀ ਸਮਟਾਈਮਸ ਲਰਨ, ਵੀ ਕੀ ਅਜਿਹੀਆਂ ਚੀਜ਼ਾਂ ਨੇ ਵੀ ਜਿਹੜਾ ਹਰੇਕ ਬੰਦਾ ਹਰੇਕ ਚੀਜ਼ ਦੇ ਵਿੱਚੋਂ ਸਿੱਖਦਾ ਵਾ। ਵੀ ਲਰਨਸ ਦੈਟ ਦੀ ਲਾਈਫ ਇਜ਼ ਕੂਲ ਵਿਦ ਇਟਸ ਟਵਿਸਟ ਐਂਡ ਟਰਨਸ, ਵੀ ਜਿਹੜੀ ਜ਼ਿੰਦਗੀ ਆ ਉਹ ਬਹੁਤ ਅਜੀਬੋ ਗਰੀਬ ਆ, ਜਿਹੜੀ ਕਿ ਬਹੁਤ ਸਾਰੇ ਉਤਾਰ ਚੜਾਵ ਨਾਲ ਬਣੀ ਹੋਈ ਆ। ਫਾਈਂਡ ਦੀਆਂ ਸਾਈਨੋਨੀਅਮ ਵਰਡਸ ਆਫ ਦੀ ਸਟ੍ਰੇਂਜ ਇਨ ਦੀਆਂ ਸਟ੍ਰੇਂਜਰਸ ਦੀ ਕੁਲਸ। ਸਟ੍ਰੇਂਜ ਦਾ ਮਤਲਬ ਅਜੀਬ, ਦੇ ਕੁਲ ਦਾ ਮਤਲਬ ਵੀ ਕੀ ਹੁੰਦਾ ਵਾ, ਸਟ੍ਰੇਂਜ ਹੁੰਦਾ ਵਾ। ਸੈਕਿੰਡ ਸਟੈਂਜਾ ਹੈ ਐਂਡ ਯੂ ਨੈਵਰ ਕੈਨ ਟੈਲ ਜਸਟ ਹਾਊ ਕਲੋਜ਼ ਯੂ ਆਰ, ਕਹਿੰਦੇ ਵੀ ਉਹ ਕਦੇ ਵੀ ਤੁਹਾਨੂੰ ਇਹ ਚੀਜ਼ ਨਹੀਂ ਦੱਸਦਾ ਵੀ ਤੁਸੀਂ ਆਪਣੀ ਜਿੱਤ 'ਤੇ ਕਿੰਨਾ ਕਲੋਜ਼ ਹੋ। ਇਟ ਮੇ ਬੀ ਆ ਨੀਅਰ ਵੈਨ ਇਟ ਸੀਮਸ ਫਾਰ, ਵੀ ਇਹ ਸਾਨੂੰ ਇੱਦਾਂ ਹੁੰਦਾ ਵੀ ਉਹ ਬਹੁਤ ਨੇੜੇ ਹੁੰਦੀ ਹੈ, ਪਰ ਸਾਨੂੰ ਇਹ ਲੱਗਦਾ ਹੁੰਦਾ ਵੀ ਸਾਡੀ ਜਿੱਤ ਜਿਹੜੀ ਆ ਉਹ ਬਹੁਤ ਜ਼ਿਆਦਾ ਦੂਰ ਹੋ ਜਾਂਦੀ ਆ। ਸੋ ਦੀ ਸਟ੍ਰਿਕ ਟੂ ਫਾਈਟ ਵੈਨ ਯੂ ਆਰ ਹਾਰਡੈਸਟ ਹਿੱਟ, ਕਹਿੰਦੇ ਫਿਰ ਵੀ ਤੁਸੀਂ ਉਸ ਆਪਣੀ ਜ਼ਿੰਦਗੀ ਦੀ ਜੰਗ ਨਾਲ ਲੜਦੇ ਰਹੋ, ਚਾਹੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਹਾਰਡ ਜਿਹੜੀ ਸਿਚੁਏਸ਼ਨ ਉਹ ਆ ਜਾਵੇ। ਇਟਸ ਵੈਨ ਟੀਮਸ ਟੂ ਦੀ ਸੀਮਸ ਵਰਸਟ ਦੈਟ ਯੂ ਮਸਟ ਨਾਟ ਕੁਇਟ, ਵੀ ਚਾਹੇ ਤੁਹਾਨੂੰ ਇਹ ਲੱਗੇ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਜਾਂ ਬਹੁਤ ਰੁਕਾਵਟਾਂ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ, ਪਰ ਕਦੇ ਵੀ ਹਾਰ ਨਾ ਮੰਨੋ। ਦੇਖੋ ਨੈਕਸਟ ਕੁਐਸਚਨ ਹੈ ਦੀ ਨੇਮ ਆਫ ਦੀ ਪੋਇਮ ਐਂਡ ਦੀ ਪੋਇਟ, ਵੀ ਪੋਇਮ ਦਾ ਅਤੇ ਪੋਇਟ ਦਾ ਨੇਮ ਕੀ ਆ। ਦੀ ਪੋਇਮ ਦਾ ਨੇਮ ਕੀ ਹੈ ਜੀ, ਪੋਇਮ ਦਾ ਨੇਮ ਹੈ ਡੂ ਨਾਟ ਕੁਇਟ, ਵੀ ਕਦੇ ਵੀ ਹਾਰ ਨਾ ਮੰਨੋ। ਅਤੇ ਰਾਈਟਰ ਦਾ ਨਾਮ ਕੀ ਆ, ਦੀ ਨੇਮ ਆਫ ਦੀ ਐਲਜਰਸ ਆ ਗੈਸਟ, ਤਾਂ ਇਹ ਉਹਨਾਂ ਦੇ ਰਾਈਟਰ ਜੀ ਦਾ ਨਾਮ ਹੈ। ਨੈਕਸਟ ਦੇਖੋ ਨੈਕਸਟ ਕੁਐਸਚਨ ਕੀ ਆ, ਵਟ ਡੂ ਯੂ ਅੰਡਰਸਟੈਂਡ ਬਾਏ ਦੀ ਸਟਿਕਿੰਗ ਟੂ ਫਾਈਟ ਵੈਨ ਹਾਰਡੈਸਟ ਹਿੱਟ, ਕਿ ਇਹਦਾ ਮਤਲਬ ਕੀ ਆ ਵੀ ਸਾਨੂੰ ਕਿਸ ਚੀਜ਼ ਦੇ ਨਾਲ ਹਮੇਸ਼ਾ ਸਟਿਕ ਕਰਕੇ ਲੜਦਾ ਰਹਿਣਾ ਚਾਹੀਦਾ ਵਾ, ਚਾਹੇ ਉਹ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਤਕਲੀਫਦੇਹ ਹੋਵੇ ਜਾਂ ਬਹੁਤ ਜ਼ਿਆਦਾ ਸਖਤ ਮਿਹਨਤ ਕਰਨੀ ਪਵੇ। ਇਹਦਾ ਆਨਸਰ ਹੈ ਫਰੋਮ ਦੀ ਸਟਿਕ ਟੂ ਦੀ ਫਾਈਟ ਵੈਨ ਦੀ ਹਾਰਡੈਸਟ ਹਿੱਟ ਆਈ ਅੰਡਰਸਟੈਂਡ ਯੂ ਸ਼ੁੱਡ ਨਾਟ ਕੁਇਟ ਈਵਨ ਯੂ ਆਰ ਫੇਸਿੰਗ ਦੀ ਹਾਰਡੈਸਟ ਔਰ ਡਿਫੀਕਲਟ ਟਾਈਮ ਆਫ ਆਵਰ ਲਾਈਫ। ਇਹਦਾ ਮਤਲਬ ਕੀ ਆ ਵੀ ਅਸੀਂ ਇਹ ਚੀਜ਼ ਸਾਨੂੰ ਇਹ ਸਮਝਾਉਣਾ ਚਾਹੁੰਦੇ ਵੀ ਸਾਨੂੰ ਕਦੇ ਵੀ ਉਸ ਚੀਜ਼ ਤੋਂ ਹਾਰ ਨਹੀਂ ਮੰਨਣੀ ਚਾਹੀਦੀ, ਚਾਹੇ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਸਖਤ ਮਿਹਨਤ ਕਰਨੀ ਪਵੇ ਜਾਂ ਜਿੰਨਾ ਮਰਜ਼ੀ ਡਿਫੀਕਲਟ ਟਾਈਮ ਆ ਜਾਵੇ, ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਲੜਦੇ ਰਹੋ ਅਤੇ ਆਪਣੀ ਜਿੱਤ ਨੂੰ ਪਾਉਣ ਦੀ ਕੋਸ਼ਿਸ਼ ਕਰੋ। ਉਸ ਤੋਂ ਬਾਅਦ ਹੈ ਸੀ ਕੁਐਸਚਨ ਆਈ ਵਟ ਸ਼ੁੱਡ ਨਾਟ ਟੂ ਬੀ ਆ ਡਨ ਵੈਨ ਦੀ ਥਿੰਗਸ ਸੀਮਸ ਵਰਸਟ, ਕਿਹੜੀ ਚੀਜ਼ ਆ ਜਿਹੜੀ ਸਾਨੂੰ ਨਹੀਂ ਕਰਨੀ ਚਾਹੀਦੀ ਚਾਹੇ ਸਾਡੇ ਜਿਹੜੀਆਂ ਚੀਜ਼ਾਂ ਨੇ ਉਹ ਸਾਡੇ ਬਹੁਤ ਜ਼ਿਆਦਾ ਉਲਟ ਹੋ ਜਾਣ। ਆਨਸਰ ਹੈ ਵੀ ਸ਼ੁੱਡ ਨਾਟ ਕੁਇਟ ਵੈਨ ਦੀ ਥਿੰਗਸ ਸੀਮਸ ਵਰਸਟ, ਵੀ ਸਾਨੂੰ ਕਦੇ ਵੀ ਆਪਣੀ ਜ਼ਿੰਦਗੀ ਤੋਂ ਹਾਰ ਨਹੀਂ ਮੰਨਣੀ ਚਾਹੀਦੀ, ਚਾਹੇ ਜਿੰਨੀ ਮਰਜ਼ੀ ਹੀ ਕਠਿਨ ਸਿਚੁਏਸ਼ਨ ਆ ਜਾਵੇ। ਉਸ ਤੋਂ ਬਾਅਦ ਹੈ 5th ਐਕਟੀਵਿਟੀ ਫਿਲ ਆਊਟ ਦੀ ਬਲੈਂਕਸ ਆਫ ਦੀ ਐਪਰੋਪਰੀਏਟ ਡਿਗਰੀ ਆਫ ਐਡਜੈਕਟਿਵ। ਹੁਣ ਅਸੀਂ ਡਿਗਰੀ ਆਫ ਐਡਜੈਕਟਿਵ ਫਿਲ ਕਰਨੀ ਹੈ। ਸਭ ਨੂੰ ਪਤਾ ਹੋਣਾ ਚਾਹੀਦਾ ਬੱਚਿਆਂ ਨੂੰ ਵੀ ਡਿਗਰੀ ਆਫ ਐਡਜੈਕਟਿਵ ਕਿੱਥੇ ਯੂਜ਼ ਕੀਤੇ ਜਾਂਦੇ ਆ। ਹੁਣ ਯਾਦ ਰੱਖਣਾ ਵੀ ਜੇਕਰ ਇੱਕ ਪਰਸਨ ਦੇ ਵਿੱਚ ਕੰਪੈਰੀਜ਼ਨ ਕੀਤਾ ਜਾਵੇ ਦੈਨ ਅਸੀਂ ਕਿਹੜੀ ਆ ਫਸਟ ਡਿਗਰੀ ਯੂਜ਼ ਕਰਦੇ ਹਾਂ। ਤੁਹਾਨੂੰ ਵਰਡ ਦਿੱਤਾ ਹੋਏਗਾ ਬ੍ਰੈਕਟ ਦੇ ਵਿੱਚ, ਦੈਨ ਤੁਸੀਂ ਉਹਨੂੰ ਚੈੱਕ ਨਾਲ ਦੇਖਣਾ ਹੋਵੇ ਵੀ ਉਹ ਇੱਕ ਬੰਦੇ ਦੇ ਵਿੱਚ ਕੰਪੈਰੀਜ਼ਨ ਆ। ਜੇਕਰ 2 ਪਰਸਨਸ ਦੇ ਵਿੱਚ ਕੰਪੈਰੀਜ਼ਨ ਹੋਵੇ ਦੈਨ ਅਸੀਂ ਸੈਕਿੰਡ ਡਿਗਰੀ ਯੂਜ਼ ਕਰਦੇ ਹਾਂ, ਅਤੇ ਜੇਕਰ 3 ਪਰਸਨਸ ਜਾਂ ਮੋਰ ਦੈਨ 3 ਹੋਣ ਦੈਨ ਅਸੀਂ ਥਰਡ ਜਿਹੜੀ ਡਿਗਰੀ ਆ ਉਹ ਯੂਜ਼ ਕਰਦੇ ਹਾਂ। ਤੁਹਾਨੂੰ ਡਿਗਰੀਆਂ ਜਿਹੜੀਆਂ ਨੇ ਉਹ ਬ੍ਰੈਕਟ ਦੇ ਵਿੱਚ ਦਿੱਤੀਆਂ ਜਾਣਗੀਆਂ ਅਤੇ ਤੁਸੀਂ ਆਨਸਰ ਉਹ ਜਿਹੜੇ ਨੇ ਉਹ ਕਰਨੇ ਹੋਣਗੇ। ਜਿਵੇਂ ਫਸਟ ਹੈ ਹੀ ਇਜ਼ ਅ ਸਟੂਡੈਂਟ, ਟੈਲ ਤੁਹਾਨੂੰ ਦਿੱਤੀ ਗਿਆ ਤਾਂ ਇਹਦਾ ਆਨਸਰ ਕੀ ਆਏਗਾ ਟੈਲ, ਕਿਉਂ, ਕਿਉਂਕਿ ਅਸੀਂ ਸਿਰਫ ਇੱਕ ਪਰਸਨ ਨੂੰ ਹੀ ਕੰਪੇਅਰ ਕਰ ਰਹੇ ਹਾਂ। ਉਸ ਤੋਂ ਬਾਅਦ ਹੈ ਤਾਜ ਇਜ਼ ਅ ਡੈਸ਼ ਬਿਲਡਿੰਗ ਬਿਊਟੀਫੁਲ ਵੀ ਤਾਜ ਕੀ ਇੱਕ ਆਪਣੇ ਆਪ ਨਾਲ ਹੀ ਕੰਪੇਅਰ ਕਰ ਰਹੇ ਆ, ਤਾਂ ਇਸ ਦਾ ਮਤਲਬ ਕੀ ਆਏਗਾ ਬਿਊਟੀਫੁਲ। ਉਸ ਤੋਂ ਬਾਅਦ ਹੈ ਨੈਕਸਟ ਕੁਐਸਚਨ ਹੈ ਜੀ ਅ ਟੇਬਲ ਇਜ਼
द डैश ऑफ ऑल बिग। ਹੁਣ ऑल बहुत सारे जने जाने कि सानू ये नहीं पता भी किन्नियां चीज़ां होंदियां, नंबर ऑफ थिंग्स हो सकदियां, तो इसका मतलब बिग का क्या है बिगेस्ट, थर्ड फॉर्म। उस तो बाद है हर स्वीट शर्ट इज़ दैन डैश हर जीन्स, यानी कि दो चीज़ों के कंपेयर आ, तो ये सैकेंड डिग्री होएगी, सॉफ्टर सैकेंड आ जाएगी। उस तो बाद है टीनाज हेयर इज़ डैश दैन टू दिया लीनाज हेयर। ਹੁਣ ਇਹਦਾ ਕੀ ਹੈ, ਇਹ ਵੀ ਦੋ ਜਣਿਆਂ ਦੇ ਵਿੱਚ ਕੰਪੇਅਰ ਕੀਤਾ ਜਾ ਰਿਹਾ ਵਾ। ਲੌਂਗ ਦਾ ਕੀ ਆ ਜਾਏਗਾ, ਸੈਕਿੰਡ ਫਾਰਮ ਆ ਜਾਏਗੀ, ਕੀ ਆਂਸਰ ਆਏਗਾ ਲੌਂਗਰ। ਉਸ ਤੋਂ ਬਾਅਦ ਹੈ ਜੀ ਸੌਮਿਆ ਇਜ਼ ਡੈਸ਼ ਦੈਨ ਟੂ ਦੀ ਵਿਜया। ਵਿਜया ਕੀ ਆ ਫਾਈਨਰ, ਯਾਨੀ ਕਿ ਦੋ ਪਰਸਨ ਦੇ ਵਿੱਚ ਕੰਪੈਰੀਜ਼ਨ, ਤੇ ਫਨੀਅਰ ਦਾ ਕੀ ਆਏਗਾ, ਫਨ ਦਾ ਕੀ ਆਏਗਾ ਫਨੀਅਰ, ਠੀਕ ਹੈ ਜੀ, ਤਾਂ ਆਂਸਰ ਆ ਜਾਏਗਾ। ਉਸ ਤੋਂ ਬਾਅਦ ਹਰਿਦੁਆਰ ਇਜ਼ ਆ ਵਨ ਆਫ ਦੀ ਡੈਸ਼ ਪਲੇਸਿਸ ਆਫ ਦੀਆਂ ਹਿੰਦੂਜ਼, ਤਾਂ ਹੌਲੀ ਦਾ ਮਤਲਬ ਯਾਨੀ ਕਿ ਕਾਫੀ ਪਲੇਸਿਸ ਦੇ ਨਾਲ ਕੰਪੇਅਰ ਕੀਤਾ ਗਿਆ ਤਾਂ ਹੌਲੀਐਸਟ ਆਏਗਾ ਆਂਸਰ ਦੇ ਵਿੱਚ। ਉਸ ਤੋਂ ਬਾਅਦ ਹੈ ਗੋਲਡ ਇਜ਼ ਦੈਨ ਟੂ ਦੀ ਸਿਲਵਰ। ਹੁਣ ਦੋ ਚੀਜ਼ਾਂ ਦੇ ਵਿੱਚ ਕੰਪੈਰੀਜ਼ਨ, ਐਕਸਪੈਂਸ ਦਾ ਕੀ ਆਏਗਾ, ਐਕਸਪੈਂਸ ਮੋਰ ਐਕਸਪੈਂਸਿਵ, ਠੀਕ ਹੈ ਜੀ, ਸੈਕਿੰਡ ਡਿਗਰੀ ਯੂਜ਼ ਹੋ ਜਾਏਗੀ। ਰਵਿੰਦਰ ਇਜ਼ ਦੈਨ ਟੂ ਦੀ ਪਾਰੂਲ, ਤਾਂ ਇਹ ਦੋ ਜਣਿਆਂ ਦੇ ਵਿੱਚ ਕੰਪੈਰੀਜ਼ਨ ਆ। ਸਮਾਰਟ ਦਾ ਕੀ ਆਏਗਾ ਸਮਾਰਟਰ। ਉਸ ਤੋਂ ਬਾਅਦ ਹੈ ਦਿਸ ਇਜ਼ ਦੀ ਡੈਸ਼ ਬੁੱਕ ਆਈ ਹੈਵ ਐਵਰ ਰੀਡ, ਯਾਨੀ ਕਿ ਹੁਣ ਕਾਫੀ ਚੀਜ਼ਾਂ ਦੇ ਵਿੱਚ ਕੰਪੇਅਰ ਕੀਤਾ ਜਾ ਰਿਹਾ ਵਾ, ਯਾਨੀ ਕਿ ਇਸ ਦਾ ਮਤਲਬ ਕੀ ਹੈ, ਇਹਦੇ ਵਿੱਚ ਥਰਡ ਡਿਗਰੀ ਯੂਜ਼ ਹੋਏਗੀ। ਗੁੱਡ ਬੈਸਟ, ਗੁੱਡ ਬੈਟਰ ਬੈਸਟ, ਤਾਂ ਬੈਸਟ ਜਿਹੜੀ ਹੈ ਥਰਡ ਫਾਰਮ ਆ, ਤਾਂ ਥਰਡ ਫਾਰਮ ਇੱਥੇ ਯੂਜ਼ ਹੋ ਜਾਏਗੀ। ਉਸ ਤੋਂ ਬਾਅਦ ਹੈ ਮੇਕ ਆ ਕੰਪੈਰੇਟਿਵ ਫਾਰਮਸ ऑफ दी वर्ड्स गिवन टू दी ब्रैकेट एडिंग टू दी ER और मोर। असी हुण इत्थे सिर्फ ER लाउणा ते मोर लाउणा, ये देखना होवे किहदे नाल मोर लगेगा किहदे नाल ER लगेगा। जिवें कैट है जी, कैट्स आर डैश दैन टू दी गॉट, इत्थे हैगा इफेक्शनेट, तो इत्थे क्या है मोर इफेक्शनेट। उस तो बाद है सीना इज़ डैश दैन दी गगन, ओल्ड का क्या है ओल्डर। उस तो बाद होएगा चाइना इज़ डैश लार्जर दैन पोलैंड, तो इत्थे लार्जर ही आएगा। उस तो बाद है माई हिंदी क्लास इज़ डैश बोरिंग दैन माई मैथ क्लास, तो इत्थे हैगा मोर बोरिंग। उस तो बाद है इन दी UK इज़ दी स्ट्रीट्स आर जनरली डैश दैन टू दी USA, नैरोअर, ठीक है। उस तो बाद है साढ़े कोल नैक्सट दिल्ली इज़ डैश बिजी दैन टू दी चंडीगढ़, बिजियर आएगा। उस तो बाद है ज्योति इज़ डैश दैन हर सिस्टर क्वाइटर। हुण इत्थे देखना बस असीं ये यूज़ करना भी कित्थे ER लगेगा, बस असीं ये चीज़ यूज़ करनी है, ER कित्थे लगेगा तो मोर कित्थे लगेगा, बस असीं ये पुट करना। सानूं पता इत्थे हमेशा सैकेंड डिग्री ही यूज़ होएगी क्योंकि दो जणिਆਂ ਦੇ ਵਿੱਚ कंपैरिजन दस्सिया गया। उस तो बाद है किरण इज़ डैश एम्बिगुअस दैन टू हर ब्रदर, तो मोर एम्बिगुअस आ जाएगा। दिया गार्डन इज़ अ लॉट डैश दैन टू दिया दिस पार्क, तो इत्थे क्या आएगा कलरफुल, तो कलरफुल का क्या आएगा मोर कलरफुल। उस तो बाद है माई हाउस इज़ अ बिट ऑफ डैश कंफर्टेबल दैन दी होटल, तो इत्थे क्या आएगा मोर कंफर्टेबल, तो ये एक्टिविटी जी है कंप्लीट हो जाती है। उस तो बाद तुहाडी 8 एक्टिविटी है जिहदे कई तरह के तुहानूं की आ हिंट्स दिते गए ने, तो तुहानूं कहा गया भी तुसीं ये स्टोरी नूं हैडिंग देना वा, दैन तुसीं उहदे आंसर यानी कि पूरा स्टोरी लिखनी है। ये तुहाडा ग्रामर का पार्ट होएगा। देखो हुण ये की आ जिहड़ी स्टोरी दे विच हिंट्स दिते गए ने तुसीं अपनी बुक्स तो देख सकते हो। मैं इहदा जिहड़ा आंसर आ लिखिया वा, देखो की है स्टोरी का नाम दिता गया अ स्ट्रग एंड हिज ऑली लैग्स। स्ट्रग्स का मतलब हुंदा वा एक नर हिरन, नर हिरन का मतलब भी एक जिहड़ा नर हुंदा वा तुहानूं पता ही होएगा ना भी एक मेल हुंदा एक फीमेल, ये मेल हिरन हैगा वा। एंड हिज ऑलीज लैग, ऑलीज लैग का मतलब भी एक पतलियां लत्तां जिहड़ियां उहनूं बहुत ज़्यादा भड़दियां लगदियां सीगीआं। देखो कित्थे स्टार्ट हुंदी है, देखो वंस देयर आर आ स्ट्रग, भी एक स्ट्रग सीगा यानी कि एक नर हिरन सीगा। ही वॉज ड्रिंकिंग अ वाटर, वो पानी पी रहा सी। ही सा हिज ऑन रिफ्रैक्शनस इन अ वाटर, तो उन्हें अपनी ही परछाई जी आ वो पानी के देखी। हिज हॉर्नस वर ब्यूटीफुल, पर वो जोड़े सिंग, हॉर्नस का मतलब सिंग जोड़े वो सिंग से बहुत ज़्यादा सोहने सी। ही फैल्ट प्राउड ऑफ हिज ब्यूटीफुल हॉर्नस, भी वो अपने जोड़े एक सिंग से सोहने जे सिंग से उन्होंने बहुत ज़्यादा माण महसूस करता सी। ही ऑलसो सा हिज रिफ्लैक्शन ऑफ हिज लैग एंड फैल्ट शेम्ड, तो उन्हें अपने उस चीज़ के उस परछाई के अपन लत्तां देखियां तो उन्होंने अपनी लत्तां देख के बहुत ज़्यादा शेम महसूस हुई। शेम का मतलब शर्मिंदगी महसूस हुई। उस तो बाद है सडनली ही हेयर्ड दी वाकिंग ऑफ टू दी हंटर डॉग, तो उन्हें अचानक ही किया एक शिकारी कुत्तियां के भौंकण की आवाज़ सुनी। दैन ही स्टार्ट आ रनिंग, तो हुण वो किया भजना उन्हें शुरू किया। आफ्टर सम टाइम हिज हॉर्नस वर इंटैंगल्ड इन अ ब्रश, भी हुण उहदे जिहड़े सिंग सीगे काफ़ी वड्डे होण करके वो एक झाड़ी दे विच फस के। ही ट्राइज हिज बेस्ट टू दी अनटगल हिज हॉर्नस, उन्हें बहुत ज़्यादा ट्राई की भी वो अपने जिहड़े सिंग ने उन्होंने तो कढ़ सके। एट लास्ट ही सक्सीड विद हिज ग्रेट डिफिकल्टी, तो अखीर दे विच वो अपनी बहुत सारी डिफिकल्टीज़ तो बाद वो इस चीज़ के सक्सैसफुल है।
आफ्टर सम टाइम ਦੀਆਂ डॉग्स रीच देयर ਤੇ ਕੁਝ ਕੁ ਸਮੇਂ ਬਾਅਦ ਜਿਹੜੇ ਕੁੱਤੇ ਨੇ ਉਹ ਉੱਥੇ ਪਹੁੰਚ ਗਏ। ਦੈਨ ਹੀ ਯੂਜ਼ਡ ਹਿਜ਼ ਲੈਗਸ ਟੂ escape ਤੇ ਹੁਣ ਉਹਨੇ ਆਪਣੇ ਲੱਤਾਂ ਨੂੰ ਯੂਜ਼ ਕੀਤਾ ਵੀ ਉੱਥੋਂ ਭੱਜ ਕੇ ਉੱਥੋਂ ਆਪਣੀ ਜਾਨ ਬਚਾ ਸਕੇ। ਦੈਨ ਹੀ ਅੰਡਰਸਟੂਡ ਦੀ ਇੰਪੋਰਟੈਂਸ ਆਫ ਹਿਜ਼ ਆਲਵੇਜ਼ ਲੁਕਿੰਗ ਲੈਗਸ ਤਾਂ ਹੁਣ ਉਹ ਇਹ ਚੀਜ਼ ਨੂੰ ਸਮਝ ਸਕਿਆ ਵੀ ਉਹਦੇ ਜਿਹੜੇ ਆਲੀ ਲੈਗਸ ਨੇ ਇਹ ਕਿੰਨੇ ਜ਼ਿਆਦਾ ਉਹਦੇ ਲਈ ਫਾਇਦੇਮੰਦ ਨੇ ਜਿਹਨੇ ਉਹਨੂੰ ਇੱਕ ਸ਼ਿਕਾਰੀ ਕੁੱਤਿਆਂ ਤੋਂ ਬਚਾਇਆ। ਉਸ ਤੋਂ ਬਾਅਦ ਲਾਸਟ ਐਕਟੀਵਿਟੀ ਆ ਦੇਖੋ ਜੀ ਕੀ ਆ ਰਾਈਟ ਦੀਆਂ ਸ਼ਾਰਟ ਨੋਟਸ ਆਫ ਆਵਰ ਪੋਜ਼ਿਟਿਵ ਸੈਲਫ ਟਾਕਿੰਗ ਇਨਫੋਰਮੇਸ਼ਨ ਅਬਾਊਟ ਟੂ ਦੇਅਰ ਪਿਕਚਰ giving below after you have been made your notes and talks your partner one time about 1 minute about yourself। ਹੁਣ ਕੀ ਹੈ ਇੱਕ ਛੋਟਾ ਜਿਹਾ ਨੋਟਸ ਦਿੱਤਾ ਗਿਆ ਇੱਕ ਪੋਜ਼ਿਟਿਵ ਸੈਲਫ ਬਾਰੇ ਤੁਸੀਂ ਆਪਣੀ ਗੱਲਾਂ ਕਰਨੀਆਂ ਹੈ ਜਿਹੜਾ ਕਿ ਤੁਹਾਨੂੰ ਇੱਕ ਪਿਕਚਰ ਦੇ ਥਰੂ ਦਿਖਾਇਆ ਗਿਆ ਵਾ ਉਹਦੇ ਵਿੱਚ 3-4 ਟਾਕਸ ਦੱਸੀਆਂ ਗਈਆਂ ਨੇ ਤੁਸੀਂ ਇਹ ਪੋਜ਼ਿਟਿਵ ਟਾਕਸ ਜਿਹੜੀਆਂ ਨੇ ਆਪਣੇ ਫਰੈਂਡਸ ਦੇ ਨਾਲ ਡੇਲੀ ਕਰਨੀਆਂ ਨੇ ਤੇ 1 ਮਿੰਟ ਉਹਦੇ ਨਾਲ ਪੂਰੀ ਗੱਲ ਕਰਨੀ ਆ। ਤਾਂ ਹੁਣ ਇਹਦਾ ਮਤਲਬ ਕੀ ਹੈ ਦੇਖੋ ਜੀ ਪੋਜ਼ਿਟਿਵ ਸੈਲਫ ਟਾਕ ਇਜ਼ ਅ ਪਾਵਰਫੁਲ ਟੂਲ ਫॉर ਇਨਕਰੀਜ਼ਿੰਗ ਆਵਰ ਸੈਲਫ ਕੌਨਫੀਡੈਂਸ ਦੀ ਵੀ ਇੱਕ ਸਕਾਰਾਤਮਕ ਇੱਕ ਗੱਲਾਂ ਕਰਨੀਆਂ ਇਹ ਸਾਡੇ ਲਈ ਇੱਕ ਸ਼ਕਤੀਸ਼ਾਲੀ ਯੰਤਰ ਦੀ ਤਰ੍ਹਾਂ ਕੰਮ ਕਰਦੀਆਂ ਨੇ ਵੀ ਜਿਹਦੇ ਨਾਲ ਸਾਡੇ ਕੋਲ ਕੀ ਹੈ ਕੌਨਫੀਡੈਂਸ ਰਾਈਜ਼ ਹੋ ਜਾਂਦਾ ਰਦਰ ਦੈਨ ਟੂ ਦੀ ਡਿਪੈਂਡਿੰਗ ਔਨ ਅਦਰਸ ਵੀ ਦੂਸਰਿਆਂ ਦੇ ਉੱਤੇ ਡਿਪੈਂਡੈਂਟ ਰਹਿਣ ਤੋਂ ਇਲਾਵਾ। ਆਈ ਬਿਲੀਵ ਇਨ ਮਾਈ ਸੈਲਫ ਐਂਡ ਮਾਈ ਐਬਿਲਿਟੀਜ਼ ਐਂਡ ਸੈਲਫ ਡਿਪੈਂਡੇਬਲ ਤੇ ਮੈਨੂੰ ਆਪਣੇ ਆਪ 'ਤੇ ਵਿਸ਼ਵਾਸ ਹੋਣਾ ਚਾਹੀਦਾ ਤੇ ਮੈਨੂੰ ਆਪਣੀਆਂ ਸਮਰੱਥਾ ਦੇ ਉੱਤੇ ਵੀ ਵਿਸ਼ਵਾਸ ਹੋਣਾ ਚਾਹੀਦਾ ਤੇ ਆਪਣੇ ਆਪ 'ਤੇ ਹੀ ਡਿਪੈਂਡੈਂਟ ਰਹਿਣਾ ਚਾਹੀਦਾ। ਆਈ ਕੈਨ ਕੰਟਰੋਲ ਮਾਈ ਓਵਰ ਹੈਪੀਨੈਸ ਕਹਿੰਦੇ ਮੈਂ ਆਪਣੇ ਖੁਸ਼ੀਆਂ ਦੇ ਉੱਤੇ ਆਪ ਹੀ ਕੰਟਰੋਲ ਕਰ ਸਕਦਾ। ਦਿਸ ਮਚ ਆਈ ਐਮ ਸਟਰੋਂਗ ਤੇ ਇਹੀ ਚੀਜ਼ ਮੈਨੂੰ ਇੱਕ ਸਮਰਥ ਤੇ ਇੱਕ ਸਖਤ ਜਾਂ ਇੱਕ ਵਧੀਆ ਇਨਸਾਨ ਬਣਾ ਸਕਦੀ ਹੈ। ਟੂਡੇ ਆਈ ਐਮ ਅ ਲੀਡਰ ਆਫ ਮਾਈ ਅਵਰ ਲਾਈਫ ਵੀ ਅੱਜ ਦੇ ਦਿਨ ਮੈਂ ਇੱਕ ਆਪਣਾ ਕੀ ਹੈ ਇੱਕ ਲੀਡਰ ਆਪਣੀ ਲਾਈਫ ਦਾ। ਨੋ ਵਨ ਕੰਟਰੋਲਸ ਮੀ ਕੋਈ ਵੀ ਬੰਦਾ ਮੈਨੂੰ ਕੰਟਰੋਲ ਨਹੀਂ ਕਰ ਸਕਦਾ। ਆਈ ਆਲਵੇਜ਼ ਸਟਾਰਟ ਮਾਈ ਮੋਰਨਿੰਗ ਬਿਲੀਵਿੰਗ ਦੈਟ ਟੂਡੇ ਇਜ਼ ਗੋਇੰਗ ਟੂ ਬੀ ਅ ਔਸਮ ਡੇ ਕਹਿੰਦੇ ਮੈਂ ਹਮੇਸ਼ਾ ਇਹ ਚੀਜ਼ ਨੂੰ ਸੋਚ ਕੇ ਉੱਠਦਾ ਵਾਂ ਇਹ ਚੀਜ਼ ਵਿਸ਼ਵਾਸ ਕਰਦਾ ਵਾਂ ਵੀ ਮੇਰਾ ਜਿਹੜਾ ਦਿਨ ਆ ਉਹ ਬਹੁਤ ਜ਼ਿਆਦਾ ਵਧੀਆ ਨਿਕਲੂਗਾ। ਆਈ ਐਮ ਸਟਰੋਂਗ ਟੂ ਫੇਸਿੰਗ ਐਨੀ ਪ੍ਰੋਬਲਮ ਤੇ ਮੈਂ ਇੰਨਾ ਆਪਣੇ ਆਪ ਨੂੰ ਸਖਤ ਬਣਾ ਚੁੱਕਿਆ ਮੈਂ ਹਰ ਇੱਕ ਪ੍ਰੋਬਲਮ ਨੂੰ ਫੇਸ ਕਰ ਸਕਦਾ ਵਾਂ। ਆਈ ਕੈਨ ਗੋਟ ਥਰੂ ਦਿਸ ਤੇ ਮੈਂ ਹਰੇਕ ਚੀਜ਼ ਉਹਨਾਂ ਦੇ ਪਾਰ ਵੀ ਪਾ ਸਕਦਾ ਵਾਂ। ਆਈ ਐਮ ਇਨਫ ਮਾਈ ਸੈਲਫ ਤੇ ਇਹ ਮੇਰੇ ਲਈ ਮੇਰੀ ਜੀਵਨ ਦੇ ਲਈ ਜਾਂ ਮੇਰੀ ਸੈਲਫ ਦੇ ਲਈ ਇਹ ਬਹੁਤ ਹੈਗੀ ਆ। ਤਾਂ ਐਸੀ ਪੋਜ਼ਿਟਿਵ ਟਾਕ ਆਈ ਹੋਪ ਤੁਹਾਨੂੰ ਇਹ ਬਹੁਤ ਜ਼ਿਆਦਾ ਇੰਟਰਸਟਿੰਗ ਟਾਸਕ ਵੀ ਲੱਗੀ ਹੋਣੀ ਹੈ ਤੇ ਇਸ ਤੋਂ ਇਲਾਵਾ ਵੀ ਤੁਸੀਂ ਆਪਣੇ ਫਰੈਂਡਸ ਦੇ ਨਾਲ ਜਿਹੜੀਆਂ ਟਾਕਸ ਉਹ ਕਰ ਸਕਦੇ ਹੋ ਤੇ ਉਹਨਾਂ ਨਾਲ ਵਧੀਆ ਚੀਜ਼ਾਂ ਹੋਰ ਵੀ ਗੱਲਾਂ ਕਰ ਸਕਦੇ ਹੋ। ਇਹ ਸੀਗਾ ਸੈਸ਼ਨ ਆਈ ਹੋਪ ਤੁਹਾਨੂੰ ਸੈਸ਼ਨ ਬਹੁਤ ਜ਼ਿਆਦਾ ਇੰਟਰਸਟਿੰਗ ਤੇ ਬਹੁਤ ਵਧੀਆ ਲੱਗਿਆ ਹੋਊਗਾ ਤੇ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਤੇ ਮੈਂ ਸਾਰੇ ਬੱਚਿਆਂ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੇਰੇ 2200 ਸਬਸਕ੍ਰਾਈਬਰ ਕੰਪਲੀਟ ਕਰਨ ਦੇ ਵਿੱਚ ਆਪਣਾ ਅਹਿਮ ਯੋਗਦਾਨ ਦਿੱਤਾ ਵਾ। ਇਸੇ ਤਰੀਕੇ ਨਾਲ ਆਪਣਾ ਪਿਆਰ ਜਿਹੜਾ ਵਾ ਮੇਰੇ ਚੈਨਲ ਨਾਲ ਬਣਾ ਕੇ ਰੱਖੋ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਆਈ ਹੋਪ ਮੈਂ ਜਲਦੀ ਹੀ ਆਪਣੇ ਚੈਨਲ ਨੂੰ ਜਿਹੜਾ ਵਾ ਮੋਨੀਟਰਾਈਜੇਸ਼ਨ ਜਿਹੜੀ ਆ ਉਹ ਵੀ ਹਾਸਲ ਕਰ ਸਕੂੰਗਾ ਵਿਦ ਦੀ ਹੈਲਪ ਆਫ ਯੂ ਆਲ ਸਟੂਡੈਂਟਸ। ਥੈਂਕਸ ਅ lot ਵਾਚਿੰਗ my videos and my all content you have been provided to your YouTube channel, so this is amazing stuff for you and me, and thank you so much once again for helping me to achieving their 2200 subscribers. Thanks a lot for watching for my session.